ਕੇਂਦਰ ਸਰਕਾਰ ਵੱਲੋਂ ਜਿਸ ਦਿਨ ਤੋਂ ਖੇਤੀ ਸੁਧਾਰ ਬਿੱਲ ਲਿਆਂਦੇ ਗਏ ਨੇ ਉਸ ਦਿਨ ਤੋਂ ਹੀ ਲਗਾਤਾਰ ਕਿਸਾਨ ਜਥੇਬੰਦੀਆਂ ਸੜਕਾਂ ਤੇ ਨੇ ਔਰ ਇਹਨਾਂ ਬਿੱਲਾਂ ਦਾ ਲਗਾਤਾਰ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਜਿੱਥੇ ਤੱਕ ਗੱਲ ਕੀਤੀ ਜਾਵੇ सांसद ਸ਼ਵੇਤ ਮਲਿਕ ਦੇ ਕੋਠੀ ਦਾ ਘਿਰਾਓ ਕੀਤਾ ਗਿਆ और लगातार पक्के मोर्चे किसानों वालों लगाए गए ने और यही मंग की जा रही है ये बिल जोड़े ने वो खारिज किए जान क्योंकि ये जोड़े बिल ने किसानों के हक में नहीं ने। कुछ जथेबंदियां पहुंची हुई ने गलबात करांगे की नाम है जी जथेबंदी की नाम है कवलप्रीत सिंह पन्नू कन्वीनर किसान संघर्ष कमेटी पंजाब। ਹੁਣ ਸਾਹਿਬ ਜਿਹੜਾ ਤੁਸੀਂ ਇੱਥੇ ਪੱਕਾ ਮੋਰਚਾ ਲਗਾਇਆ ਉਸ ਦਾ ਕੀ ਕਾਰਨ ਬਣਦੇ? ਪੱਕੇ ਮੋਰਚਾ ਕੱਲਾ ਅੰਮ੍ਰਿਤਸਰ 'ਚ ਨਹੀਂ ਲੱਗਾ, ਇਹ ਮੋਰਚਾ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਭਰ ਦੇ ਵਿੱਚ ਲਗਭਗ 100 ਥਾਵਾਂ ਤੇ ਲੱਗਾ, ਜਿਹਦੇ 'ਚ ਰੇਲਵੇ ਟਰੈਕਾਂ ਤੇ ਕਿਸਾਨ ਬੈਠੇ ਆ, ਬੀਜੇਪੀ ਆਗੂਆਂ ਦੇ ਘਰਾਂ ਅੱਗੇ ਬੈਠੇ ਆ, ਟੋਲ ਪਲਾਜ਼ਿਆਂ ਦੇ ਬੈਠੇ ਆ, ਪੰਪਾਂ ਤੇ ਬੈਠੇ ਆ, ਜਿਹੜੇ ਮਾਲ ਆ ਉਹਨਾਂ ਦੇ ਅੱਗੇ ਬੈਠੇ ਆ। ਅਸੀਂ ਮਤਲਬ 1 ਅਕਤੂਬਰ ਤੋਂ ਇੱਥੇ ਧਰਨਾ ਮੁਜ਼ਾਹਰਾ ਆਪਣਾ ਮੋਰਚਾ ਸ਼ੁਰੂ ਕੀਤਾ। ਅੱਜ 6 ਤਰੀਕ ਹੋ ਗਈ ਹੈ, 6ਵੇਂ ਦਿਨ 'ਚ ਦਾਖਲ ਹੋ ਗਿਆ। ਸਾਡੀ ਇਹ ਮੰਗ ਆ ਕਿ ਖੇਤੀ ਵਿਰੋਧੀ ਜਿਹੜੇ 3 ਕਿਸਾਨੀ ਵਿਰੋਧੀ ਜਿਹੜੇ ਕਾਨੂੰਨ ਆ ਉਹ ਕਾਨੂੰਨ ਰੱਦ ਕੀਤੇ ਜਾਣ। ਕੇਂਦਰ ਸਰਕਾਰ ਤੇ ਕਹਿ ਰਹੀ ਹੈ ਸੁਧਾਰ ਕਾਨੂੰਨ ਨੇ, ਖੇਤੀ ਸੁਧਾਰ ਕਾਨੂੰਨ ਦਾ ਨਾਮ ਲਿੱਤਾ ਗਿਆ ਇਹਨਾਂ ਨੂੰ ਭਈ ਇਹ ਕਹਿੰਦੇ ਕਿਸਾਨਾਂ ਦੇ ਹੱਕ ਵਿੱਚ ਨੇ, ਜਦ ਕਿ ਪੰਜਾਬ ਦੇ ਕਿਸਾਨ ਨੂੰ ਗੁੰਮਰਾਹ ਕੀਤਾ ਗਿਆ। ਮੋਦੀ ਝੂਠ ਬੋਲਣ 'ਚ ਮਾਰਿਆ। ਜਦੋਂ ਇਹਨੇ ਨੋਟਬੰਦੀ ਕੀਤੀ ਇਹਨੇ ਕਿਹਾ ਇਹ ਆਮ ਲੋਕਾਂ ਦੇ ਹੱਕ 'ਚ ਆ, ਪਰ ਸਭ ਤੋਂ ਵੱਧ ਖੱਜਲ ਖੁਆਰੀ ਆਮ ਲੋਕਾਂ ਦੀ ਹੋਈ ਸੀ। ਜਿਹੜੇ ਸਬਜ਼ੀਆਂ ਵਾਲੇ ਕਿਸਾਨ ਨੇ ਉਹਨਾਂ ਦਾ ਪੱਠਾ ਬਹਿ ਗਿਆ ਸੀ, ਜਿਹੜੇ ਛੋਟੇ ਕਾਰੋਬਾਰੀ ਸੀ ਉਹਨਾਂ ਦਾ ਜਿਹੜਾ ਕੰਮ ਹੈ ਉਹ ਵੀ ਚੌਪਟ ਹੋ ਗਿਆ ਸੀ। ਉਹਦਾ ਫਾਇਦਾ ਮਿਲਿਆ ਸੀ ਸਿਰਫ ਵੱਡੇ ਲੋਕਾਂ ਨੂੰ, ਉਹਨਾਂ ਨੂੰ ਲੈਣਾ 'ਚ ਨਹੀਂ ਲੱਗਣਾ ਪਿਆ। ਪਰ ਮੋਦੀ ਸਰਕਾਰ ਆਖ ਰਹੀ ਹੈ ਕੋਈ MSP ਖਤਮ ਨਹੀਂ ਹੋਣ ਜਾ ਰਹੀ, ਮੰਡੀਕਰਨ ਵੀ ਉਸੇ ਦਾ ਉਸੇ ਰਹੂਗਾ, ਤੇ ਫਿਰ ਕੀ ਖਦਸ਼ੇ ਨੇ? ਸਭ ਤੋਂ ਵੱਡਾ ਖਦਸ਼ਾ ਇਹ ਆ ਵੀ ਜਿਹੜੇ ਉਹ ਕਹਿ ਰਹੇ MSP ਖਤਮ ਨਹੀਂ ਕਰ ਰਹੇ ਅਸੀਂ, MSP ਤਾਂ ਮੱਕੀ ਦੀ ਵੀ ਹੈ। 1850 ਰੁਪਏ ਰੇਟ ਕੁਇੰਟਲ ਦਾ ਮੱਕੀ ਦਾ ਤੈਅ ਸੀ, ਪਰ ਉਹ ਮੱਕੀ 600 ਰੁਪਏ ਤੋਂ ਲੈ ਕੇ 700-800 ਰੁਪਏ ਤੱਕ ਵਿਕੀ ਆ। ਜਿਹੜੇ ਤਰੀਕੇ ਨਾਲ ਇਹ MSP ਕਹਿੰਦੇ ਕਾਇਮ ਰਹੂਗੀ, ਐਲਾਨ ਕੀਤਾ ਜਾਊਗਾ, ਪ੍ਰਾਈਵੇਟ ਕੰਪਨੀਆਂ ਨੇ ਮੰਡੀ ਤੋਂ ਬਾਹਰ ਖਰੀਦ ਕਰਨੀ ਆ, ਉਹਨਾਂ ਨੇ MSP ਵਾਲਾ ਰੇਟ ਦੇਣਾ ਨਹੀਂਗਾ। ਉਹਨਾਂ ਨੇ ਆਪਣੇ ਮਨਮਰਜ਼ੀ ਦੇ ਰੇਟ ਤੇ ਖਰੀਦਣੀ ਆ ਤੇ ਆਪਣੇ ਮਨਮਰਜ਼ੀ ਦੇ ਰੇਟ ਤੇ ਗਾਂ ਖਪਤਕਾਰਾਂ ਨੂੰ ਵੇਚਣੀ ਆ। ਇਸ ਕਰਕੇ ਅਸੀਂ ਇਹਦੇ ਖਿਲਾਫ ਆ, ਕਿਉਂਕਿ ਜਿੰਨੀਆਂ ਵੀ ਫਸਲਾਂ ਜਿੱਥੇ ਸਰਕਾਰੀ ਖਰੀਦ ਨਹੀਂ ਆਉਂਦੀ ਉਹਦੀ MSP ਨਾ ਮੰਡੀ 'ਚ ਮਿਲਦੀ ਆ ਨਾ ਮਿਲਣੀ ਆ। ਪਰ ਪੱਲੂ ਸਾਹਿਬ ਦਿੱਲੀ ਦੀ ਸਰਕਾਰ ਜਿਹੜੀ ਕੇਂਦਰ ਸਰਕਾਰ ਆ ਉਹ ਟਸ ਤੋਂ ਮਸ ਨਹੀਂ ਹੋਈ। ਤੁਸੀਂ ਧਰਨੇ ਲਾਏ ਆ, ਤੁਸੀਂ ਟਰੈਕ ਰੋਕੇ ਹੋਏ ਨੇ, ਸੜਕਾਂ ਰੋਕੀਆਂ ਹੋਈਆਂ, ਉਹਨਾਂ ਆਮ ਜਨਤਾ ਨੂੰ ਤਾਂ ਦਿੱਕਤ ਹੋ ਰਹੀ ਹੈ, ਪਰ ਜਿੱਥੇ ਤੁਸੀਂ ਆਵਾਜ਼ ਪਹੁੰਚਾਉਣੀ ਹੈ ਉਹ ਆਵਾਜ਼ ਸ਼ਾਇਦ ਕਿਤੇ ਨਾ ਕਿਤੇ ਪਹੁੰਚ ਨਹੀਂ ਪਾ ਰਹੀ। ਨਹੀਂ ਇਹ ਨਹੀਂ ਗੱਲ। 25 ਤਰੀਕ ਨੂੰ ਜਦੋਂ ਅਸੀਂ ਪੰਜਾਬ ਬੰਦ ਕੀਤਾ ਬਹੁਤ ਵੱਡਾ ਹੰਗਾਰਾ ਸਾਰੇ ਪੰਜਾਬ 'ਚੋਂ ਮਿਲਿਆ, ਸਾਰੇ ਵਰਗਾਂ ਵੱਲੋਂ ਮਿਲਿਆ। ਤੇ ਜਿਹੜੀ ਝੋਨੇ ਦੀ ਸਰਕਾਰੀ ਖਰੀਦ ਵੈਰਕੀ ਦੀ ਆਉਣੀ ਨਹੀਂ, ਕਿਉਂਕਿ ਇਹਨਾਂ ਨੇ ਕਾਨੂੰਨ ਲੈ ਆਂਦੇ ਆ, ਪ੍ਰਾਈਵੇਟ ਕਾਨੂੰਨ, ਨਿੱਜੀ ਮੰਡੀ ਨੂੰ ਨਿੱਜੀਕਰਨ ਕਰਨ ਵਾਲੇ ਕਾਨੂੰਨ ਲੈ ਆਂਦੇ ਆ। ਇਹਨਾਂ ਨੂੰ 25 ਨੂੰ ਜਦੋਂ ਲੋਕਾਂ ਦਾ ਇਕੱਠ ਵੇਖਿਆ, ਲੋਕਾਂ ਦਾ ਸਾਰਾ ਕੁਝ ਵੇਖਿਆ, ਉਹ ਵੇਖ ਕੇ ਇਹਨਾਂ ਨੇ 25 ਨੂੰ ਮੋਦੀ ਨੇ ਐਲਾਨ ਕਰਤਾ ਕਿ 26 ਸਤੰਬਰ ਤੋਂ ਸਰਕਾਰੀ ਖਰੀਦ ਝੋਨੇ ਦੀ ਸ਼ੁਰੂ ਆ। 5 ਦਿਨ ਪਹਿਲਾਂ ਸ਼ੁਰੂ ਕਰਤੀ ਇਹਨੇ। ਹੁਣ ਵੀ ਮਤਲਬ ਜਦੋਂ ਇਹ ਲੋਕ ਬੈਠੇ ਆ ਵੱਖ-ਵੱਖ ਥਾਵਾਂ ਤੇ, ਕਿਸਾਨ ਬੈਠੇ ਬਾਹਰ ਨਿਕਲ ਕੇ, ਇਹਨਾਂ ਦੇ ਆਗੂ ਆਪਣੇ ਘਰਾਂ 'ਚੋਂ ਨਿਕਲ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਆ। ਇਧਰ ਪਠਾਨਕੋਟ ਵਾਲੇ ਇਹਨਾਂ ਨੇ ਟਰੈਕਟਰ ਮਾਰਚ ਕਰਤਾ। ਮਤਲਬ ਉਹਨਾਂ ਦੀ ਦੌੜ ਲੱਗੀ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕੰਮ ਸਾਂਭੀਏ, ਪਰ ਇਹ ਸਾਂਭਿਆ ਜਾਣਾ ਨਹੀਂਗਾ। ਆਖਰ ਕਿਸਾਨਾਂ ਦੀ ਜਿੱਤ ਹੋਣੀ ਆ, ਕਿਸਾਨਾਂ ਨੇ ਕਾਨੂੰਨ ਰੱਦ ਕਰਾਉਣੇ ਆ, ਰੱਦ ਕਰਾ ਕੇ ਫੇਰ ਘਰਾਂ ਨੂੰ ਜਾਵਾਂਗੇ। ਅੱਛਾ, ਇੱਕ ਚੀਜ਼ ਵੇਖਣ 'ਚ ਮਿਲ ਰਹੀ ਹੈ, ਜਿੱਥੇ ਵੀ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਉੱਥੇ ਪਲੇਟਫਾਰਮ ਤੇ ਕਿਸੇ ਵੀ ਸਿਆਸੀ ਆਗੂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ, ਉਹਦੇ ਬਾਰੇ ਕੀ ਕਹੋ? ਇਹ ਸਾਡਾ ਜਥੇਬੰਦੀਆਂ ਦਾ ਫੈਸਲਾ, ਕਿਸਾਨ ਜਥੇਬੰਦੀਆਂ ਦਾ, ਕਿ ਅਸੀਂ ਆਪਣੀ ਸਟੇਜ ਤੋਂ ਕਿਸੇ ਵੀ ਸਿਆਸੀ ਪਾਰਟੀ ਦੇ ਬੁਲਾਰੇ ਨੂੰ, ਆਗੂ ਨੂੰ ਨਹੀਂ ਬੋਲਣ ਦਿਆਂਗੇ। ਪਰ ਪੰਜਾਬ ਅੰਦਰ ਗੱਲ ਕੀਤੀ ਹੋਈ ਸਿਆਸੀ ਪਾਰਟੀਆਂ, ਸਾਰੀਆਂ ਜਿਹੜੀ ਸਿਆਸੀ ਪਾਰਟੀਆਂ ਨੇ BJP ਛੱਡ ਕੇ, ਉਹ ਤੁਹਾਡੇ ਹੱਕ ਵਿੱਚ ਆਈਆਂ ਹੋਈਆਂ, ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਨੇ। ਨਹੀਂ, ਸਾਡੇ ਹੱਕ 'ਚ ਨਹੀਂ ਆਈਆਂ। ਅਸਲ 'ਚ 2022 ਦੀਆਂ ਚੋਣਾਂ ਅਗਲੇ ਪਾਸੇ ਉਹ ਆਪਣੀ ਜ਼ਮੀਨ ਤਲਾਸ਼ ਰਹੀਆਂ ਕਿ ਅਸੀਂ ਚੋਣਾਂ ਦੇ ਵਿੱਚ ਕਿਵੇਂ ਜਿੱਤ ਹਾਸਲ ਕਰਨੀ ਆ। ਸਾਰਿਆਂ ਦਾ ਜ਼ੋਰ ਇਸ ਗੱਲ ਤੇ ਲੱਗਾ ਕਿ ਕਿਸਾਨਾਂ ਦੇ ਮੁੱਦੇ ਨੂੰ ਕੈਸ਼ ਕੀਤਾ ਜਾਵੇ, ਇਸ ਮੁੱਦੇ ਨੂੰ ਕੈਸ਼ ਕਰਕੇ ਵੋਟਾਂ ਲਈਆਂ ਜਾਣ ਤੇ 2022 ਦੇ ਵਿੱਚ ਆਪਣਾ ਥਾਂ ਬਣਾਇਆ ਜਾਵੇ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਨਾਮ ਤੁਹਾਡਾ ਜਥੇਬੰਦੀ ਦਾ ਔਰ ਕੀ ਨਾਮ ਹੈ ਤੁਹਾਡਾ? ਮੈਂ ਜਤਿੰਦਰ ਸਿੰਘ ਸ਼ੀਨਾ, ਸੂਬਾ ਪ੍ਰੈਸ ਸਕੱਤਰ ਕਿਰਤੀ ਕਿਸਾਨ ਯੂਨੀਅਨ। ਸ਼ੀਨਾ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਇਹ ਨਾਮ ਤੇ ਇਹਨਾਂ ਨੂੰ ਦਿੱਤਾ ਪਿਆ ਖੇਤੀ ਸੁਧਾਰ ਬਿੱਲ, ਜਦ ਕਿ ਤੁਸੀਂ ਕਹਿ ਰਹੇ ਹੋ ਇਹ ਕਾਲੇ ਕਾਨੂੰਨ ਨੇ, ਵਾਪਸ ਲਿੱਤੇ ਜਾਣ? ਤੁਸੀਂ ਇੱਥੇ 6 ਦਿਨ ਹੋ ਗਏ ਲਗਾਤਾਰ ਸ਼ਵੇਤ ਮਲਿਕ ਦੀ ਕੋਠੀ ਦੇ ਬਾਹਰ ਘਿਰਾਓ ਵੀ ਕੀਤਾ, ਪੱਕੇ ਮੋਰਚੇ ਵੀ ਲਾਏ ਨੇ, ਪਰ ਇਹਦਾ ਕੋਈ ਰਿਜ਼ਲਟ ਸਾਹਮਣੇ ਨਹੀਂ ਆ ਰਿਹਾ।
ਦੇਖੋ ਇਹਨਾਂ ਨੂੰ ਨਾਂ ਤੇ ਉਹਨਾਂ ਨੇ ਬਹੁਤ ਵਧੀਆ ਦਿੱਤਾ, ਖੇਤੀ ਸੁਧਾਰ ਬਿੱਲ ਦਿੱਤਾ ਹੈ, ਔਰ ਇਹਦੇ 'ਚ ਉਹਨਾਂ ਦਾਅਵਾ ਵੀ ਇਹ ਕੀਤਾ ਵੀ ਇਹਨਾਂ ਬਿੱਲਾਂ ਦੇ ਕਾਨੂੰਨਾਂ ਦੇ ਆਉਣ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ, ਕਿਸਾਨਾਂ ਨੂੰ ਵੱਧ ਭਾਅ ਮਿਲਣਗੇ। ਪਰ ਜਦੋਂ ਦਾਅਵਾ ਕਰਨਾ ਗੱਲ ਦਾ ਮਸਲੇ ਦਾ ਹੱਲ ਨਹੀਂ ਹੋਣਾ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੀ ਇਹ ਗੱਲ ਕਹਿੰਦੇ ਆ ਵੀ MSP ਜਾਰੀ ਰਹੂਗੀ, ਖਰੀਦ ਜਾਰੀ ਰਹੂਗੀ। ਇਹ ਗੱਲਾਂ ਜਿਹੜੀਆਂ ਨੇ ਇਹ ਕਹਿਣ ਦੀਆਂ ਨੇ, ਗੱਲ ਉਹ ਹੋਣੀ ਆ ਜੋ ਕਾਨੂੰਨ ਕਹਿੰਦਾ। ਕਾਨੂੰਨ ਬੜਾ ਸਾਫ਼ ਕਹਿੰਦਾ ਵੀ ਜਿਹੜਾ ਕੀਮਤ ਵਾਲਾ ਮਸਲਾ ਆ ਉਹ ਕੰਪਨੀ ਤੇ ਕਿਸਾਨ ਦੇ ਵਿਚਕਾਰ ਕੀਮਤ ਤੈਅ ਹੋਊਗੀ। ਉਹਨਾਂ ਦੀ ਜਿੱਥੇ ਵੀ ਐਡਜਸਟਮੈਂਟ ਹੋਵੇ ਉੱਥੇ ਉਹ ਹੋ ਜੂਗੀ। ਸਰਕਾਰ ਦਾ ਮਤਲਬ ਉਹਦੇ 'ਚ ਕੋਈ ਰੋਲ ਨਹੀਂ ਗੀ। ਜਦੋਂ ਕੰਪਨੀ ਨੂੰ ਪਤਾ ਵੀ ਮੈਂ ਹੀ ਖਰੀਦਦਾਰ ਹਾਂ ਤੇ ਕਿਸਾਨ ਨੂੰ ਪਤਾ ਵੀ ਮੈਂ ਇਹਨੂੰ ਹੀ ਜਿਣਸ ਵੇਚਣੀ ਆ, ਤਾਂ ਕੰਪਨੀ ਦਾ ਹੱਥ ਜਿਹੜਾ ਉਹ ਉੱਤੇ ਹੋਊਗਾ, ਸਰਕਾਰ ਉਹਦੇ 'ਚੋਂ ਬਿਲਕੁਲ ਬਾਹਰ ਆ। ਕੰਪਨੀ ਨੂੰ ਇੱਕ ਐਗਰੀਮੈਂਟ ਵੀ ਕੰਪਨੀ ਨੇ ਕਰਨਾ, ਲਿਖਤੀ ਕਰਨਾ, ਪਰ ਉਹਦੇ 'ਚੋਂ ਕੰਪਨੀ ਨੂੰ ਭੱਜਣ ਦਾ ਜਿਹੜਾ ਰਾਹ ਸਰਕਾਰ ਨੇ ਐਕਟ ਦੇ ਵਿੱਚ ਦਿੱਤਾ ਵੀ ਜਿਹੜੀ ਫਸਲ ਦੀ ਕੁਆਲਿਟੀ ਆ ਉਹ ਕਿਸਾਨ ਦੇ ਉੱਤੇ ਥੋਪ ਦਿੱਤੀ ਗਈ ਆ। ਹਾਲਾਂਕਿ ਐਕਟ ਦੇ ਵਿੱਚ ਇਹ ਲਿਖਿਆ ਵੀ ਸੇਵਾਵਾਂ ਸਾਰੀਆਂ ਜਿਹੜੀਆਂ ਉਹ ਕੰਪਨੀ ਦਊਗੀ, ਜਿਹੜੀ ਐਗਰੀਮੈਂਟ ਕਰੂਗੀ, ਜਿਹੜੀ ਫਸਲ ਬਜਾਊਗੀ ਉਹ ਸੇਵਾਵਾਂ ਸਾਰੀਆਂ ਉਹ ਦਊਗੀ, ਬੀਜ ਉਹ ਦਊਗੀ, ਖਾਦਾਂ, ਦਵਾਈਆਂ, ਟੈਕਨੀਕਲ ਜਿਹੜੀ ਸਲਾਹ ਮਸ਼ਵਰਾ ਕਰਨਾ ਆ, ਮਾਹਰ ਜਿਹੜੇ ਆ ਉਹਦੇ ਉਹ ਫਸਲ ਦੀ ਦੇਖ ਉਹਦੇ ਮਾਹਰਾਂ ਦੇ ਥੱਲੇ ਜਿਹੜੀ ਆ ਉਹ ਫਸਲ ਪਰਵਰਿਸ਼ ਹੋਊਗੀ ਉਹਦੀ। ਪਰ ਜਦੋਂ ਫਸਲ ਜਿਹੜੀ ਆ ਤਿਆਰ ਹੋ ਜੂ, ਪੱਕ ਜੂਗੀ, ਤਾਂ ਉਹਦੇ ਦਾਣੇ ਲਈ, ਉਹਦੀ ਕੁਆਲਿਟੀ ਲਈ ਕਿਸਾਨ ਜ਼ਿੰਮੇਵਾਰ ਹੈ। ਤਾਂ ਇਹ ਕੁਆਲਿਟੀ ਲਈ ਕਿਸਾਨ ਨੂੰ ਕਿਉਂ ਜ਼ਿੰਮੇਵਾਰ ਠਹਿਰਾਇਆ? ਤਾਂ ਕਿ ਕੰਪਨੀ ਜਿਹੜੀ ਹੈ ਐਗਰੀਮੈਂਟ ਇਹ ਕਹਿ ਕੇ ਵੀ ਇਹਦਾ ਜਿਹੜਾ ਕੁਆਲਿਟੀ ਨਹੀਂ ਠੀਕ, ਇਹਦਾ ਗ੍ਰੇਡ ਨਹੀਂ ਠੀਕ, ਇਹਦਾ ਸਟੈਂਡਰਡ ਨਹੀਂ ਠੀਕ ਇਸ ਦਾਣੇ ਦਾ, ਇਸ ਕਰਕੇ ਅਸੀਂ ਇਹ ਦਾਣੇ ਜਿਹੜੇ ਆ ਉਹ ਨਹੀਂ ਖਰੀਦਦੇ। ਸਾਹਿਬ ਸੰਘਰਸ਼ ਲਗਾਤਾਰ ਵੱਧਦਾ ਜਾ ਰਿਹਾ ਹੈ, ਦਿਨ ਬ ਦਿਨ ਪਹਿਲੇ ਦਿਨਾਂ ਤੇ ਸੀਗਾ, ਹੁਣ ਹਫ਼ਤਿਆਂ ਤੇ ਪਹੁੰਚ ਚੁੱਕਾ ਵਾ। ਤੇ ਕੀ ਇਹਦਾ ਰੂਪਰੇਖਾ ਕੀ ਹੋਏਗੀ ਅੱਗੋਂ, ਕਿੱਥੇ ਆਉਣ ਵਾਲੇ ਸਮੇਂ 'ਚ ਕਿੱਥੇ ਖਤਮ ਹੋਏਗਾ? ਕਿਉਂਕਿ ਸਰਕਾਰ, ਕੇਂਦਰ ਦੀ ਸਰਕਾਰ ਤੇ ਟਸ ਤੋਂ ਮਸ ਨਹੀਂ ਹੋ ਪਾ ਰਹੀ। ਕਿਸਾਨ ਲਗਾਤਾਰ 15-20 ਦਿਨ ਤੋਂ ਧਰਨੇ ਤੇ ਬੈਠੇ ਹੋਏ, ਟਰੈਕ ਜਾਮ ਕੀਤੇ ਤੇ ਦਿਨ ਰਾਤ ਬੈਠੇ ਹੋਏ ਨੇ। ਇਹ ਇੱਕ ਬੜੇ ਸਾਡੇ ਸਾਰਿਆਂ ਲਈ ਸੋਚਣ ਵਾਲੀ ਗੱਲ ਆ ਕਿ ਦਾਅਵਾ ਇਹ ਕੀਤਾ ਜਾਂਦਾ ਵੀ ਸਾਡਾ ਦੇਸ਼ ਦਾ ਜਿਹੜਾ ਢਾਂਚਾ ਆ ਉਹ ਜਮਹੂਰੀ ਢਾਂਚਾ ਹੈ। ਜਮਹੂਰੀ ਢਾਂਚੇ ਦਾ ਮਤਲਬ ਵੀ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆ ਤਾਂ ਜਮਹੂਰੀ ਤਰੀਕੇ ਨਾਲ ਚੁਣੀ ਹੋਈ ਸਰਕਾਰ ਦੀ ਇਹ ਡਿਊਟੀ ਬਣਦੀ ਆ ਵੀ ਉਹ ਲੋਕਾਂ ਦਾ ਦੁੱਖ ਤਕਲੀਫ ਸੁਣੇ ਤੇ ਉਸ ਦੁੱਖ ਤਕਲੀਫ ਦਾ ਜਿਹੜਾ ਹੱਲ ਕਰੇ। ਪਰ ਜਿਸ ਤੁਹਾਡੇ ਸਾਹਮਣੇ ਹੀ ਆ, ਕਿਸਾਨ ਇਹਨਾਂ ਨੂੰ ਪਾਰਲੀਮੈਂਟ 'ਚ ਕਾਨੂੰਨ ਬਣਨ ਤੋਂ ਪਹਿਲਾਂ 5 ਜੂਨ 2020 ਨੂੰ ਇਹ ਆਰਡੀਨੈਂਸ ਦੇ ਰੂਪ 'ਚ ਸਰਕਾਰ ਨੇ ਜਾਰੀ ਕੀਤੇ। ਉਦੋਂ ਤੋਂ ਹੀ 5 ਜੂਨ 2020 ਤੋਂ ਹੀ ਕਿਸਾਨ ਸੜਕਾਂ ਤੇ ਆ। ਮੇਰਾ ਉਹੀ ਆਖਣਾ ਜੀ, ਕਿਸਾਨ ਸੜਕਾਂ ਤੇ ਹੈ ਕਿ ਇਹਦਾ ਹੱਲ ਕਿਸ ਤਰ੍ਹਾਂ ਨਜ਼ਰ ਆਉਂਦਾ? ਕੁਝ ਹੱਲ ਨਜ਼ਰ ਆਉਂਦਾ ਪਿਆ? ਇਹਦਾ ਹੱਲ ਜਿਹੜਾ ਫਿਲਹਾਲ ਤੇ ਸਰਕਾਰ ਜਿਹੜੀ ਆ ਉਹ ਕੋਈ ਗੱਲਬਾਤ ਦੀਆਂ ਜਿਹੜੀਆਂ ਖਬਰਾਂ ਦੇ ਰਹੀ ਆ, ਸਾਡੇ ਕਿਸਾਨਾਂ ਦੇ ਨਾਲ ਕੋਈ ਉਹਦਾ ਕੋਈ ਤਾਲਮੇਲ ਨਹੀਂ ਗੀ। ਕਿਸਾਨਾਂ ਦੀ ਤਾਂ ਬੜੀ ਸਾਫ਼ ਤੇ ਸਪਸ਼ਟ ਮੰਗ ਆ, ਔਰ ਇੱਕ ਬੜੀ ਸਾਫ਼ ਤੇ ਸਪਸ਼ਟ ਗੱਲ ਆ ਵੀ ਜੇ ਕਾਨੂੰਨ ਰਹਿਣਗੇ ਤਾਂ ਕਿਸਾਨੀ ਨਹੀਂ ਰਹੂਗੀ, ਜੇ ਕਿਸਾਨੀ ਨੇ ਰਹਿਣਾ ਤਾਂ ਫਿਰ ਇਹ ਕਾਨੂੰਨ ਨਹੀਂ ਰਹਿਣੇ ਚਾਹੀਦੇ। ਸੋ ਇਸ ਕਰਕੇ ਇਹਦਾ ਹੱਲ ਤਾਂ ਇੱਕੋ ਹੀ ਆ ਵੀ ਇਹ ਸਰਕਾਰ ਜਿਹੜੀ ਆ ਕਾਨੂੰਨ ਜਿਹੜੇ ਰੱਦ ਕਰ ਦੇਵੇ। ਪਰ ਸਰਕਾਰ ਦੇ ਉੱਤੇ ਕੰਪਨੀਆਂ ਦਾ ਪ੍ਰੈਸ਼ਰ ਆ, ਕੰਪਨੀਆਂ ਦੇ ਕਹਿਣ ਤੇ ਸਰਕਾਰ ਨੇ ਕਾਨੂੰਨ ਲਿਆਂਦੇ ਆ। ਕੰਪਨੀਆਂ ਦੇਸ਼ ਦੇ ਅਨਾਜ ਦਾ ਜਿਹੜਾ ਵੱਡਾ ਕਾਰੋਬਾਰ ਆ, ਸਦਾ ਬਹਾਰ ਮੁਨਾਫੇ ਵਾਲਾ ਕਾਰੋਬਾਰ ਆ, ਉਹਦੇ ਤੇ ਕੰਪਨੀਆਂ ਨੇ ਆਪਣਾ ਕਬਜ਼ਾ ਕਰਾਉਣ ਲਈ ਇਹ ਪਾਰਲੀਮੈਂਟ 'ਚ ਕਾਨੂੰਨ ਜਿਹੜੇ ਪਾਸ ਕਰਾਏ ਆ, ਔਰ ਕੰਪਨੀਆਂ ਸਰਕਾਰ ਤੇ ਦਬਾਅ ਪਾ ਰਹੀਆਂ ਨੇ ਵੀ ਤੁਸੀਂ ਇਹ ਕਾਨੂੰਨ ਜਿਹੜਾ ਵਾਪਸ ਨਹੀਂ ਲੈਣਾ। ਆਖਰੀ ਸਵਾਲ ਹੈ ਜੀ, ਜੇ ਕਾਨੂੰਨ ਵਾਪਸ ਨਹੀਂ ਲੈਂਦੇ ਤਾਂ ਕੀ ਤੁਹਾਡੀ ਅਗਲੀ ਰਣਨੀਤੀ ਹੈ? ਕਿਸਾਨ ਵੇਖੋ ਜੀ, ਇਹਨਾਂ ਨੂੰ ਇਸ ਲੜਾਈ ਨੂੰ ਅੰਤ ਤੱਕ ਜਿਹੜਾ ਉਹ ਲੜਨਗੇ। ਕਿਸਾਨਾਂ ਦੇ ਸਾਹਮਣੇ ਹੋਰ ਕੋਈ ਚਾਰਾ ਨਹੀਂਗਾ। ਇਹਨਾਂ ਕਾਨੂੰਨਾਂ ਦੇ ਹੁੰਦਿਆਂ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ, ਜਿਨ੍ਹਾਂ ਨੂੰ ਇਹ ਰੇਟ ਮਿਲਦੇ ਸੀਗੇ, ਪੱਕੇ ਠੱਕੇ ਰੇਟ ਤੇ ਪੱਕੀ ਠੱਕੀ ਆਮਦਨ ਹੁੰਦੀ ਸੀ, ਉਹ ਜਿਹੜੇ ਆ ਉਹ ਲੜਨਗੇ ਕਿਉਂਕਿ ਉਹਨਾਂ ਦੀ ਜਿਹੜੀ ਮੌਜੂਦਾ ਆਮਦਨ ਆ ਉਹ ਨਹੀਂ ਰਹਿਣੀ। ਕੰਪਨੀਆਂ ਦੇ ਆਉਣ ਨਾਲ ਸਰਕਾਰੀ ਖਰੀਦ ਏਜੰਸੀਆਂ ਨੇ ਬਾਹਰ ਚਲੇ ਜਾਣਾ ਔਰ ਆਮਦਨ ਘਟ ਜਾਣੀ ਕਿਸਾਨ ਦੀ। ਕਿਸਾਨ ਭੁੱਖਾ ਮਰੂਗਾ। ਕਿਸਾਨ ਹੀ ਨਹੀਂ ਭੁੱਖਾ ਮਰੂਗਾ,
ਜੇ ਸਾਨੂੰ ਲਗਾਤਾਰ ਆਉਣ ਵਾਲੇ ਸਮੇਂ ਸਾਡੀ ਜਿਣਸ ਦੇ ਭਾਅ ਇੰਨੇ ਡਿੱਗ ਜਾਂਦੇ ਵੀ ਸਾਨੂੰ ਕੋਈ ਉਹਦੇ ਚੋਂ ਬਚਤ ਨਹੀਂ ਹੁੰਦੀ ਤੇ ਅਸੀਂ ਕਣਕ ਝੋਨਾ ਨਹੀਂ ਬੀਜਾਂਗੇ, ਦੇਸ਼ ਦੇ ਅੰਦਰ ਅਨਾਜ ਦੀ ਕਿੱਲਤ ਆ ਜਾਊਗੀ, ਉਹਦਾ ਖਮਿਆਜਾ ਪੂਰੇ ਦੇ ਪੂਰੇ ਦੇਸ਼ ਨੂੰ ਭੁਗਤਣਾ ਪਊਗਾ। ਬਿਲਕੁਲ ਜੀ, ਪੂਰੇ ਦੇਸ਼ ਨੂੰ ਖਮਿਆਜਾ ਜਿਹੜਾ ਭੁਗਤਣ ਦੀ ਗੱਲ ਆਖੀ ਜਾ ਰਹੀ ਹੈ, ਕਿਉਂਕਿ ਲਗਾਤਾਰ ਕਿਸਾਨ ਜਿਹੜੇ ਨੇ ਇਹਨਾਂ ਖੇਤੀ ਸੁਧਾਰ ਬਿੱਲਾਂ ਦੇ ਖਿਲਾਫ ਨੇ ਔਰ ਲਗਾਤਾਰ ਪ੍ਰੋਟੈਸਟ ਕੀਤੇ ਜਾ ਰਹੇ ਨੇ। ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਦੇ ਨਿਵਾਸ ਤੇ ਘਿਰਾਓ ਵੀ ਕੀਤਾ ਜਾ ਰਿਹਾ, ਪੱਕੇ ਮੋਰਚੇ ਲਗਾਏ ਗਏ ਨੇ। ਭਾਵੇਂ ਦਿਨ ਰਾਤ ਕਿਸਾਨ ਸੜਕਾਂ ਤੇ ਨੇ ਔਰ ਰੇਲਵੇ ਟਰੈਕ ਤੇ ਨੇ, ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਔਰ ਦੂਜੇ ਪਾਸੇ ਕਿਸਾਨ ਵੀ ਬਜ਼ਿੱਦ ਨੇ, ਜਿੰਨਾ ਚਿਰ ਇਹ ਬਿੱਲ ਜਿਹੜੇ ਖਾਰਜ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਆਰ ਪਾਰ ਦੀ ਲੜਾਈ ਜਿਹੜੀ ਹੈ ਉਹ ਕੇਂਦਰ ਸਰਕਾਰ ਨਾਲ ਲੜਨ ਦੇ ਮੂਡ ਵਿੱਚ ਵਿਖਾਈ ਦੇ ਰਹੇ ਨੇ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸੀਚਾ, दैनिक सवेरा टीवी, अमृतसर। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।